सत श्री अकाल प्यारे दोस्तों। अज तुहानू असी जिस अंग्रेजी शासक का इतिहास दसन जा रहे हैं उसका नाम है अडोल्फ हिटलर। जो हिटलर का राज रहिंदा है वो रहिंदा है, जो हिटलर का जीवन काल है पूरा 20 अप्रैल 1899 तो लैके 30 अप्रैल 1945 तक का। आस्ट्रीया विच हिटलर पैदा होंदा है तो जर्मन का सियासतदान बनता है तो 1933 तो लैके 1945 विच अपनी खुदकुशी तक जर्मन का तानाशाह बन के रहिंदा है। वो नाजी पार्टी के आगू वजों सत्ता में आता है तो 1933 में चांसलर बनया रहिंदा तो फिर 1 सितंबर 1939 ਨੂੰ पोलैंड ते हमला करके यूरोप ਵਿੱਚ दूजे विश्व युद्ध की शुरुआत करता है तो पूरे युद्ध फौजी जो जंगी फौजी सी उन्होंने जो युद्ध की कार्रवाई थी उस शामिल होंदा रहिंदा सी। ते हिटलर का जन्म आस्ट्रीया हंगरी ਵਿੱਚ ब्रूनो एमएन ਵਿੱਚ पैदा होया सी ਅਤੇ उसका पालन पोषण लेनिन ਦੇ ਨੇੜੇ ਹੋਇਆ। ਹੁਣ ਉਹ ਬਾਅਦ ਵਿੱਚ 1919 ਵਿੱਚ ਪਹਿਲੇ ਦਹਾਕਿਆਂ ਵਿੱਚ ਬਿਆਨਾਂ ਵਿੱਚ ਆ ਗਿਆ। 1913 ਵਿੱਚ ਜਰਮਨੀ ਚਲਾ ਗਿਆ ਤੇ ਜਰਮਨ ਵਰਕਰਜ਼ ਪਾਰਟੀ ਡੀਏਪੀ ਵਿੱਚ ਸ਼ਾਮਲ ਹੋ ਗਿਆ ਜੋ ਕਿ ਪੂਰਵ ਗਾਮੀ ਸੀ ਅਤੇ ਨਾਜੀ ਪਾਰਟੀ ਦਾ ਅਤੇ 1901 ਵਿੱਚ ਨਾਜੀ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਗਿਆ। 1923 ਵਿੱਚ ਉਸਨੇ ਮਿਊਨਖ ਵਿੱਚ ਇੱਕ ਅਸਫਲ ਤਖਤਾ ਪਲਟ ਵਿੱਚ ਸਰਕਾਰੀ ਸੱਤਾ ਹਥਿਆਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ 5 ਸਾਲ ਦੀ ਕੈਦ ਦੀ ਸਜ਼ਾ ਹੋ ਗਈ। ਜੇਲ੍ਹ ਵਿੱਚ ਉਸਨੇ ਆਪਣੀ ਸਵੈ ਜੀਵਨੀ ਅਤੇ ਰਾਜਨੀਤਿਕ ਮੈਨੀਫੈਸਟੋ ਮੀਨ ਕੈਂਪ ਮੇਰਾ ਸੰਘਰਸ਼ ਦਾ ਪਹਿਲਾ ਭਾਗ ਲਿਖਿਆ। 1924 ਵਿੱਚ ਆਪਣੀ ਸ਼ੁਰੂਆਤੀ ਰਿਹਾਈ ਤੋਂ ਬਾਅਦ ਹਿਟਲਰ ਨੇ ਵੈਰਸੇਲਜ਼ ਦੀ ਸੰਧੀ ਤੇ ਹਮਲਾ ਕਰਕੇ ਕ੍ਰਿਸਮਈ ਭਾਸ਼ਣ ਅਤੇ ਨਾਜੀ ਪ੍ਰਚਾਰ ਨਾਲ ਪੈਨ ਜਰਮਨਵਾਦ ਯਹੂਦੀ ਵਿਰੋਧੀ ਅਤੇ ਸਮਾਜ ਵਿਰੋਧੀ ਉਤਸ਼ਾਹਿਤ ਕਰਕੇ ਪ੍ਰਸਿੱਧ ਸਮਰਥਨ ਸਥਾਪਿਤ ਕੀਤਾ। ਉਸਨੇ ਅਕਸਰ ਅੰਤਰਰਾਸ਼ਟਰੀ ਪੂੰਜੀਵਾਦੀ ਅਤੇ ਕਮਿਊਨਿਜ਼ਮ ਨੂੰ ਅਤੇ ਯਹੂਦੀ ਸ਼ਾਸਕ ਦੇ ਹਿੱਸੇ ਵਜੋਂ ਨਿੰਦਿਆ ਕੀਤੀ। ਨਵੰਬਰ 1932 ਤੱਕ ਨਾਜੀ ਪਾਰਟੀ ਦੇ ਜਨਮ ਰੀਖਸਟੈਗ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਵਾਲਾ ਹਿਟਲਰ ਸੀ, ਪਰ ਉਸ ਕੋਲ ਬਹੁਮਤ ਨਹੀਂ ਸੀ। ਨਤੀਜੇ ਵਜੋਂ ਕੋਈ ਵੀ ਪਾਰਟੀ ਚਾਂਸਲਰ ਦੇ ਉਮੀਦਵਾਰ ਦੇ ਸਮਰਥਨ ਵਿੱਚ ਬਹੁਮਤ ਸੰਧੀ ਗਠਜੋੜ ਬਣਾਉਣ ਦੇ ਯੋਗ ਨਹੀਂ ਸੀ। ਸਾਬਕਾ ਚਾਂਸਲਰ ਫਰਾਂਸ ਵਾਨ ਪੇਪੈਨ ਅਤੇ ਹੋਰ ਰੂੜੀਵਾਦੀ ਨੇਤਾਵਾਂ ਨੇ ਰਾਸ਼ਟਰਪਤੀ ਪਾਲ ਵਾਨ ਹਿੰਡਨਬਰਗ ਨੂੰ 30 ਜਨਵਰੀ 1933 ਨੂੰ ਹਿਟਲਰ ਨੂੰ ਚਾਂਸਲਰ ਨਿਯੁਕਤ ਕਰਨ ਲਈ ਮਨਾ ਲਿਆ। ਇਸ ਤੋਂ ਥੋੜ੍ਹੀ ਦੇਰੀ ਬਾਅਦ ਹੀ ਰੀਖਸਟੈਗ ਨੇ 1933 ਦਾ ਯੋਗ ਐਕਟ ਪਾਸ ਕੀਤਾ ਜਿਸ ਨੇ ਵਾਈਮਰ ਗਣਰਾਜ ਨੂੰ ਨਾਮੀ ਜਰਮਨੀ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਨਾਜੀਵਾਦ ਦੀ ਤਾਨਾਸ਼ਾਹੀ ਤੇ ਤਾਨਾਸ਼ਾਹੀ ਵਿਚਾਰਧਾਰਾ ਦੇ ਆਧਾਰ ਤੇ ਇੱਕ ਪਾਰਟੀ ਤਾਨਾਸ਼ਾਹੀ 2 ਅਗਸਤ 1934 ਨੂੰ ਹਿੰਡਨਬਰਗ ਦੀ ਮੌਤ ਹੋ ਗਈ ਤੇ ਹਿਟਲਰ ਨੇ ਉਸ ਦੀ ਜਗ੍ਹਾ ਰਾਜ ਅਤੇ ਸਰਕਾਰ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ। ਹਿਟਲਰ ਦਾ ਉਦੇਸ਼ ਜਰਮਨੀ ਤੋਂ ਯਹੂਦੀਆਂ ਨੂੰ ਖਤਮ ਕਰਨਾ ਤੇ ਬ੍ਰਿਟੇਨ ਅਤੇ ਫਰਾਂਸ ਦੇ ਦਬਦਬੇ ਵਾਲੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਤੇ ਅੰਤਰਰਾਸ਼ਟਰੀ ਆਦੇਸ਼ ਤੇ ਬੇਇਨਸਾਫੀ ਦੇ ਰੂਪ ਵਿੱਚ ਉਸਨੇ ਜੋ ਦੇਖਿਆ ਉਸ ਦਾ ਮੁਕਾਬਲਾ ਕਰਨ ਲਈ ਇੱਕ ਨਵਾਂ ਆਰਡਰ ਸਥਾਪਿਤ ਕਰ ਦਿੱਤਾ ਸੀ। ਸੱਤਾ ਵਿੱਚ ਉਸਨੇ ਪਿਛਲੇ 6 ਸਾਲਾਂ ਦੇ ਨਤੀਜੇ ਵਜੋਂ ਮਹਾਨ ਉਦਾਸੀ ਤੋਂ ਤੇਜ਼ੀ ਦਾ ਆਰਥਿਕ ਸੁਧਾਰ ਹੋਇਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕੀਤਾ ਗਿਆ ਅਤੇ ਲੱਖਾਂ ਨਸਲੀ ਜਰਮਨਾਂ ਨੇ ਵਸੋਂ ਵਾਲੇ ਇਲਾਕਿਆਂ ਨੂੰ ਸ਼ਾਮਲ ਕੀਤਾ ਜਿਸ ਦੇ ਸ਼ੁਰੂ ਵਿੱਚ ਉਸ ਨੂੰ ਮਹੱਤਵਪੂਰਨ ਪ੍ਰਸਿੱਧ ਸਮਰਥਨ ਦਿੱਤਾ ਗਿਆ। ਹਿਟਲਰ ਨੇ ਪੂਰਬੀ ਯੂਰਪ ਵਿੱਚ ਜਰਮਨ ਲੋਕਾਂ ਲਈ ਲੇਵਸਰੋਮ ਦੀ ਮੰਗ ਕੀਤੀ ਅਤੇ ਉਸ ਦੀ ਹਮਲਾਵਰ ਵਿਦੇਸ਼ ਨੀਤੀ ਨੂੰ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਉਸਨੇ ਵੱਡੇ ਪੱਧਰ ਤੇ ਮੁੜ ਹਥਿਆਰ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ 1 ਸਤੰਬਰ 1939 ਨੂੰ ਪੋਲੈਂਡ ਤੇ ਹਮਲਾ ਕੀਤਾ। ਨਤੀਜੇ ਵਜੋਂ ਬ੍ਰਿਟੇਨ ਅਤੇ ਫਰਾਂਸ ਤੇ ਜਰਮਨੀ ਵਿਰੁੱਧ ਯੁੱਧ ਦਾ ਐਲਾਨ ਕੀਤਾ। ਜੂਨ 1941 ਵਿੱਚ ਹਿਟਲਰ ਨੇ ਸੋਵੀਅਤ ਯੂਨੀਅਨ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਦਸੰਬਰ 1941 ਵਿੱਚ ਉਸਨੇ ਸੰਯੁਕਤ ਰਾਜ ਦੇ ਵਿਰੁੱਧ ਜੰਗ ਦਾ ਐਲਾਨ ਕੀਤਾ। 1941 ਦੇ ਅੰਤ ਤੱਕ ਜਰਮਨ ਫੌਜਾਂ ਤੇ ਯੂਰਪੀਅਨ ਧੁਰੀ ਸ਼ਕਤੀਆਂ ਨੇ ਜ਼ਿਆਦਾਤਰ ਯੂਰਪ ਅਤੇ ਉੱਤਰੀ ਅਫਰੀਕਾ ਉੱਤੇ ਕਬਜ਼ਾ ਕਰ ਲਿਆ। ਇਹ ਲਾਭ 1941 ਤੋਂ ਬਾਅਦ ਹੌਲੀ ਉਲਟ ਗਏ ਅਤੇ 1945 ਵਿੱਚ ਮਿੱਤਰ ਫੌਜਾਂ ਨੇ ਜਰਮਨ ਫੌਜ ਨੂੰ ਹਰਾਇਆ ਅਤੇ 29 ਅਪ੍ਰੈਲ 1945 ਨੂੰ ਉਸਨੇ ਬਰਲਿਨ ਦੇ ਫਰੰਕਰ ਵਿੱਚ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਈਵਾ ਬਰੌਨ ਨਾਲ ਵਿਆਹ ਕੀਤਾ। 2 ਦਿਨ ਤੋਂ ਵੀ ਘੱਟ ਸਮੇਂ ਬਾਅਦ ਜੋੜੇ ਨੇ ਸੋਵੀਅਤ ਲਾਲ ਫੌਜ ਦੁਆਰਾ ਫੜੇ ਜਾਣ ਤੋਂ ਬਚਣ ਲਈ ਖੁਦਕੁਸ਼ੀ ਕਰ ਲਈ।
ਉਹਨਾਂ ਦੀਆਂ ਲਾਸ਼ਾਂ ਨੂੰ ਹਿਟਲਰ ਦੇ ਹੁਕਮ ਅਨੁਸਾਰ ਸਾੜ ਦਿੱਤਾ ਗਿਆ। ਇਤਿਹਾਸਕਾਰ ਅਤੇ ਜੀਵਨੀ ਲੇਖਕ ਇਆਨ ਕੋਰਸ ਨੇ ਹਿਟਲਰ ਨੂੰ ਆਧੁਨਿਕ ਸਿਆਸੀ ਬੁਰਾਈ ਦਾ ਰੂਪ ਦੱਸਿਆ ਹੈ। ਹਿਟਲਰ ਦੀ ਅਗਵਾਈ ਨਸਲਵਾਦੀ ਵਿਚਾਰਧਾਰਾ ਅਧੀਨ ਨਾਜ਼ੀ ਸ਼ਾਸਨ ਲਗਭਗ 60 ਲੱਖ ਯਹੂਦੀਆਂ ਤੇ ਲੱਖਾਂ ਹੋਰ ਪੀੜਤਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ, ਜਿਸ ਨੂੰ ਉਹ ਤੇ ਉਸਦੇ ਪੈਰੋਕਾਰ ਅੰਟਰਮੇਨਸ ਉਪਮਨੂ ਜਾਂ ਸਮਾਜਿਕ ਤੌਰ ਤੇ ਅਣਚਾਹੇ ਸਮਝਦੇ ਸੀ। ਹਿਟਲਰ ਤੇ ਨਾਜ਼ੀ ਸ਼ਾਸਨ ਅੰਦਾਜ਼ਨ 19.3 ਮਿਲੀਅਨ ਨਾਗਰਿਕਾਂ ਦੇ ਜੰਗੀ ਕੈਦੀਆਂ ਦੀ ਹੱਤਿਆ ਲਈ ਵੀ ਜ਼ਿੰਮੇਵਾਰ ਸੀ। ਇਸ ਤੋਂ ਇਲਾਵਾ ਯੂਰਪੀਅਨ ਥੀਏਟਰ ਵਿੱਚ ਫੌਜੀ ਕਾਰਵਾਈ ਕਰਨ ਦੇ ਨਤੀਜੇ ਵਜੋਂ 8.27 ਮਿਲੀਅਨ ਸੈਨਿਕਾਂ ਤੇ ਨਾਗਰਿਕਾਂ ਦੀ ਮੌਤ ਹੋ ਗਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਨਾਗਰਿਕਾਂ ਦੀ ਗਿਣਤੀ ਯੁੱਧ ਵਿੱਚ ਬੇਮਿਸਾਲ ਸੀ ਅਤੇ ਮੌਤਾਂ ਇਤਿਹਾਸ ਵਿੱਚ ਸਭ ਤੋਂ ਘਾਤਕ ਸੰਗਠਨ ਦਾ ਗਠਨ ਕਰਦੀਆਂ ਨੇ। ਹਿਟਲਰ ਦਾ ਜਨਮ 20 ਅਪ੍ਰੈਲ 1999 ਨੂੰ ਜਰਮਨ ਦੇ ਬਰੇਵੀਆ ਤੇ ਸਰਹੱਦੀ ਖੇਤਰ ਦੇ ਨੇੜੇ ਜਿਹੜੇ ਆਸਟਰੀਆ ਪਿੰਡ ਬਰੂਨੋ ਵਿੱਚ ਹੋਈ, ਉੱਥੇ ਪੈਦਾ ਹੋਇਆ ਸੀ ਤੇ ਅਡੋਲਫ ਹਿਟਲਰ ਉਸ ਦਾ ਨਾਮ ਰੱਖਿਆ ਗਿਆ ਸੀ। ਸੋ ਇਹ ਹਿਟਲਰ ਸੀ ਜੋ ਹਿਟਲਰ ਨੇ ਕੰਮ ਕੀਤੇ, ਜੋ ਉਸਨੇ ਲੋਕਾਂ ਤੇ ਅਤਿਆਚਾਰ ਕੀਤੇ, ਪਰ ਆਪਣੇ ਰਾਜ ਵਿੱਚ ਉਹ ਇੱਕ ਸ਼ਕਤੀਸ਼ਾਲੀ ਰਾਜਾ ਸਾਬਤ ਹੋਇਆ। ਤੇ ਇਹ ਆਪਾਂ ਹਿਟਲਰ ਨੂੰ ਸਿਰਫ ਹਿਟਲਰ ਦੇ ਨਾਂ ਨਾਲ ਜਾਣਦੇ ਹਾਂ, ਪਰ ਉਸਦਾ ਨਾਮ ਸੀ ਅਡੋਲਫ ਹਿਟਲਰ। ਸੋ ਇਹ ਹਿਟਲਰ ਬਾਰੇ ਜਾਣਕਾਰੀ ਸੀ। ਅਗਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਤੇ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ।